प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਇਸ ਦੇ ਵਿੱਚ ਸ਼ਾਮਿਲ ਹੁੰਦੇ ਹੋ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਤੁਹਾਡੀ ਇਸ ਦਿਲਚਸਪੀ ਦੇ ਲਈ ਅਸੀਂ ਤੁਹਾਡੀ ਬਹੁਤ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਇਸ ਅਧਿਆਏ ਤੋਂ ਉਸ ਦੇ ਦੁਆਰਾ ਵੇਖੇ ਗਏ ਦਰਸ਼ਨ ਦੀ ਵਿਆਖਿਆ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਦਾਨੀਏਲ ਨੂੰ ਪਰਮੇਸ਼ਰ ਦੁਆਰਾ ਦਿੱਤੇ ਗਏ ਦਰਸ਼ਨ ਦੇ ਵਿੱਚ ਚਿੰਨ੍ਹ ਸਵਰੂਪ ਦਿੱਤੇ ਗਏ ਵੱਖ-ਵੱਖ ਪਸ਼ੂਆਂ ਦੇ ਭੇਦ ਨੂੰ ਸਮਝਣ ਬਾਰੇ ਗੌਰ ਕੀਤਾ ਸੀ। ਅਸੀਂ ਇਹਨਾਂ ਪਸ਼ੂਆਂ ਦੇ ਸਿੰਗਾਂ ਤੋਂ ਜਾਣਿਆ ਜੋ ਵੱਖ-ਵੱਖ ਸਮੇਂ ਤੇ ਪ੍ਰਗਟ ਹੋਣ ਵਾਲੇ ਰਾਜਾਂ ਦੇ ਬਾਰੇ ਦੱਸਦੇ ਹਨ। ਅਸੀਂ ਯੂਨਾਨ ਅਤੇ ਉਸ ਦੇ ਰਾਜੇ ਦੇ ਬਾਰੇ ਜਾਣਿਆ ਜਿਹਨੂੰ ਕਿ ਸਿਕੰਦਰ ਮਹਾਨ ਆਖਿਆ ਗਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੀ 9 ਤੋਂ ਲੈ ਕੇ 14 ਅਤੇ 20 ਅਤੇ 21 ਆਇਤਾਂ ਦੇ ਵਚਨਾਂ ਨੂੰ ਅਧਿਐਨ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ 3 ਖਾਸ ਮਨੁੱਖਾਂ ਦੇ ਬਾਰੇ ਜਾਣਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਏਗੀ। ਨੰਬਰ 1, ਸਿਕੰਦਰ ਮਸੀਹ ਵਿਰੋਧੀ ਦੀ ਸ਼ਕਤੀ। ਨੰਬਰ 2, ਅਤਿਯੋਗ ਮਸੀਹ ਵਿਰੋਧੀ ਦੀ ਕਰਤੂਤ। ਨੰਬਰ 3, ਮਸੀਹ ਵਿਰੋਧੀ ਸ਼ਕਤੀ ਅਤੇ ਕਰਤੂਤਾਂ। ਇਸ ਦੇ ਵਿੱਚ ਅਸੀਂ ਬਹੁਤ ਸਾਰੀ ਗੱਲਾਂ ਦੇ ਉੱਤੇ ਗੌਰ ਕਰਾਂਗੇ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਏਗਾ। ਇਸ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਸੋ ਦੋਸਤੋ, ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵੱਲ ਲਗਾਈਏ।
ਪਰਖਦੀਆਂ ਈਮਾਨ ਪਰਖਿਆ ਜਾਵੇਗਾ ਤੇਰਾ ਈਮਾਨ ਤੇਰਾ ਈਮਾਨ ਮੇਰਾ ਕੱਲ ਹੋਣੀ ਬਾਤ ਜ਼ਰੂਰੀ ਏ ਕੱਲ ਹੋਣੀ ਬਾਤ ਜ਼ਰੂਰੀ ਏ ਇਹ ਅੱਜ ਹੋਵੇ ਜਾਂ ਕੱਲ ਹੋਵੇ ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਤੇਰਾ ਮੁਖ ਮਸੀਹ ਦੇ ਵੱਲ ਹੋਵੇ ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਤੇਰਾ ਮੁਖ ਮਸੀਹ ਦੇ ਵੱਲ ਹੋਵੇ ਫਿਰ ਅਜਮਾਇਸ਼ਾਂ ਦੇ ਪਰਬਤ ਤੇ ਫਿਰ ਅਜਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ ਜਦ ਆਈਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ ਤੇਰਾ ਈਮਾਨ ਤੇਰਾ ਈਮਾਨ ਮੇਰਾ ਜ਼ੁਲਮਾਂ ਨਾਲ ਭਰੀ ਕਚਹਿਰੀ ਦੇ ਜ਼ੁਲਮਾਂ ਨਾਲ ਭਰੀ ਕਚਹਿਰੀ ਦੇ ਵਿੱਚ ਨਿਰਦੋਸ਼ਾਂ ਨੂੰ ਜਾਣਾ ਨਫ਼ਰਤ ਦੀ ਅੱਗ ਨੂੰ ਸਹਿਣਾ ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਸਿਕੰਦਰ ਮਸੀਹ ਵਿਰੋਧੀ ਦੀ ਸ਼ਕਤੀ। ਨੰਬਰ 2, ਅਤਿਯੋਗ ਮਸੀਹ ਵਿਰੋਧੀ ਦੀ ਕਰਤੂਤ। ਨੰਬਰ 3, ਮਸੀਹ ਵਿਰੋਧੀ ਸ਼ਕਤੀ ਅਤੇ ਕਰਤੂਤਾਂ। ਭਾਗ ਊੜਾ ਨਾਟਕੀ ਰੂਪ ਵਿੱਚ ਪ੍ਰਗਟ ਹੋਣਾ। ਭਾਗ ਐੜਾ ਬੁਰਾਈ ਲਈ ਨਿਯੁਕਤ ਕਰਨਾ। ਭਾਗ ਈੜੀ ਨੇਤਾਗਿਰੀ ਵਿੱਚ ਪ੍ਰਭਾਵਸ਼ਾਲੀ। ਭਾਗ ਸੱਸਾ ਸ਼ਕਤੀ ਵਿੱਚ ਸ਼ੈਤਾਨ। ਭਾਗ ਹਾਹਾ ਹਕੂਮਤ ਵਿੱਚ ਤਬਾਹ ਕਰਨ ਵਾਲਾ। ਭਾਗ ਕੱਕਾ ਆਪਣੇ ਚਾਲ ਚੱਲਣ ਵਿੱਚ ਧੋਖੇਬਾਜ਼। ਭਾਗ ਖੱਖਾ ਆਪਣੇ ਆਪ ਨੂੰ ਫਰਿਸ਼ਤਾ ਬਣਾਉਣਾ। ਭਾਗ ਗੱਗਾ ਆਪਣੀ ਕਰਤੂਤਾਂ ਨੂੰ ਸ਼ਾਂਤੀ ਦੇ ਵਾਅਦੇ ਨਾਲ ਛੁਪਾਉਣਾ। ਨੰਬਰ 1, ਅਲੌਕਿਕ ਤਰੀਕੇ ਨਾਲ ਨਾਸ਼ ਹੋਣਾ। ਹੁਣ ਤੁਸੀਂ ਆਪਣੀ ਬਾਈਬਲ ਖੋਲ੍ਹ ਕੇ ਮੇਰੇ ਨਾਲ ਦਾਨੀਏਲ ਦੀ ਕਿਤਾਬ ਦੇ 8ਵੇਂ ਅਧਿਆਇ ਵਿੱਚ ਚਲੋ। ਮੈਂ ਇਸ ਨੂੰ ਪੜ੍ਹਨ ਦੀ ਸ਼ੁਰੂਆਤ 9ਵੀਂ ਐਤ ਤੋਂ ਕਰਦਾ ਹੋਇਆਂ 14 ਤੱਕ ਜਾਵਾਂਗਾ ਅਤੇ ਫਿਰ ਐਤ 20 ਤੋਂ 21 ਨੂੰ ਪੜ੍ਹਾਂਗਾ। ਅਤੇ ਉਹਨਾਂ ਵਿੱਚੋਂ ਇੱਕ ਨਿੱਕਾ ਸਿੰਘ ਨਿਕਲਿਆ ਜੋ ਦੱਖਣ ਅਤੇ ਚੜ੍ਹਦੇ ਔਰ ਮਨ ਪਾਉਂਦੇ ਦੇਸ਼ ਵੱਲ ਅਤਿਅੰਤ ਵੱਧ ਗਿਆ ਅਤੇ ਉਹ ਵੱਧ ਕੇ ਆਕਾਸ਼ ਦੀ ਸੈਨਾ ਤੱਕ ਪੁੱਜ ਪਿਆ ਔਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਤੇ ਡੇਗ ਦਿੱਤਾ ਔਰ ਉਹਨਾਂ ਨੂੰ ਛਤਾੜਿਆ। ਸਗੋਂ ਉਸ ਨੇ ਸੈਨਾ ਦੇ ਸ਼ਹਿਜ਼ਾਦੇ ਤੱਕ ਉੱਚਾ ਬਣਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਥਾਂ ਢਾਇਆ ਗਿਆ। ਸੋ ਉਹ ਸੈਨਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸੱਚਾਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਭਾਗਵਾਨ ਹੁੰਦਾ ਰਿਹਾ। ਫਿਰ ਮੈਂ ਇੱਕ ਸੱਤ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਸੱਤ ਨੇ ਉਸ ਸੱਤ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਨ ਸਦਾ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਥਾਂ ਅਤੇ ਸੈਨਾ ਦੋਵੇਂ ਦਿੱਤੇ ਗਏ
ਭਾਈ ਛਤਾੜੇ ਜਾਨ, ਇਹ ਕਦੋਂ ਤਿਕ ਰਹੇ? ਉਸ ਨੇ ਮੈਨੂੰ ਆਖਿਆ ਕਿ 2300 ਸਾਂਝ ਔਰ ਸਵੇਰ ਤੋੜੀ ਫਿਰ ਪਵਿੱਤਰ ਥਾਂ ਸੁੱਚਾ ਬਣਾਇਆ ਜਾਏਗਾ ਅਤੇ ਉਹਨਾਂ ਦੇ ਰਾਤ ਦੇ ਛੇਕਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਢਿਆਂ ਤੀਕ ਪੁੱਜ ਪੈਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦੇ ਬੁੱਝਣ ਵਾਲਾ ਉੱਠੇਗਾ। ਇਹ ਵੱਡਾ ਡਾਢਾ ਹੋਵੇਗਾ, ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ ਡੋਲ ਨਾਲ ਮਾਰ ਸੁੱਟੇਗਾ ਅਤੇ ਭਾਗਵਾਨ ਹੋਵੇਗਾ ਔਰ ਕੰਮ ਕਰੇਗਾ ਅਤੇ ਜ਼ੋਰਾਵਰ ਨੂੰ ਔਰ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ਅਤੇ ਆਪਣੀ ਸਿਆਣਪ ਨਾਲ ਉਹ ਚਤੁਰਾਈ ਨੂੰ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ ਅਤੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਉੱਚਾ ਕਰੇਗਾ ਅਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ਼ ਕਰੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ, ਪਰ ਬਿਨਾਂ ਹੱਥ ਲਾਏ ਤੋੜਿਆ ਜਾਏਗਾ ਅਤੇ ਉਹ ਸਾਂਝ ਔਰ ਸਵੇਰ ਦਾ ਦਰਸ਼ਨ ਜੋ ਆਖਿਆ ਗਿਆ ਹੈ ਸੋ ਸੱਤ ਹੈ। ਪਰ ਤੂੰ ਉਸ ਦਰਸ਼ਨ ਨੂੰ ਬੰਦ ਕਰ ਛੱਡ, ਕਿਉਂ ਜੋ ਇਹਦੇ ਵਿੱਚ ਢੇਰ ਸਾਰਾ ਚਿਰ ਪਿਆ ਹੈ। ਅਤੇ ਮੈਂ ਦਾਨੀਏਲ ਨੂੰ ਮੁਰਸ਼ਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਮਾਂਦਾ ਪਿਆ ਰਿਹਾ। ਫਿਰ ਉਹਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ ਧੰਦਾ ਕਰਨ ਲੱਗਾ ਅਤੇ ਦਰਸ਼ਨ ਨਾਲ ਘਬਰਾਉਂਦਾ ਰਿਹਾ, ਪਰ ਉਸ ਨੂੰ ਕਿਸੇ ਨੇ ਨਾ ਜਾਣਿਆ। ਆਓ ਅਸੀਂ ਪ੍ਰਾਰਥਨਾ ਕਰੀਏ। ਪ੍ਰਭੂ, ਭਵਿੱਖਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਅਸੀਂ ਤੇਰੇ ਚਰਨਾਂ ਵਿੱਚ ਝੁਕਦੇ ਹਾਂ, ਕਿਉਂਕਿ ਇਹਨਾਂ ਨੂੰ ਪੜ੍ਹ ਕੇ ਅਸੀਂ ਹੈਰਾਨ ਪਰੇਸ਼ਾਨ ਹੋ ਗਏ ਹਾਂ। ਅਸੀਂ ਚਾਹੁੰਦੇ ਹਾਂ ਕਿ ਤੂੰ ਆਪਣੇ ਆਤਮਾ ਦੇ ਦੁਆਰਾ ਇਹਨਾਂ ਦੀ ਸੱਚਾਈ ਸਾਡੇ ਉੱਤੇ ਪ੍ਰਗਟ ਕਰ, ਤਾਂ ਕਿ ਅਸੀਂ ਭਵਿੱਖਬਾਣੀ ਦੀ ਸੱਚਾਈ ਨੂੰ ਸਮਝ ਸਕੀਏ। ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ, ਆਮੀਨ। ਭਵਿੱਖਬਾਣੀ ਕਰਨ ਦੇ ਬਾਅਦ ਭਵਿੱਖਵਕਤਾ ਨੂੰ ਇੱਕ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਭਵਿੱਖਬਾਣੀ ਦੇ ਸ਼ਬਦ ਕਈ ਲੋਕਾਂ ਨੂੰ ਉਲਝਣ ਵਿੱਚ ਪਾ ਦਿੰਦੇ ਹਨ ਅਤੇ ਉਹ ਚਿੱਠੀਆਂ ਪਾ ਕੇ ਉੱਤਰ ਮੰਗਦੇ ਹਨ। ਕੁਝ ਸਮੇਂ ਪਹਿਲਾਂ ਇੱਕ ਵਾਰ ਜਦ ਮੈਂ ਭਵਿੱਖਬਾਣੀ ਦਾ ਸੰਦੇਸ਼ ਦਿੱਤਾ, ਜਿਸ ਦਾ ਪ੍ਰਚਾਰ ਟੀਵੀ ਦੇ ਦੁਆਰਾ ਕੀਤਾ ਗਿਆ ਸੀ, ਅਤੇ ਮੈਨੂੰ ਕਈ ਚਿੱਠੀਆਂ ਮਿਲੀਆਂ। ਉਹਨਾਂ ਵਿੱਚੋਂ ਇੱਕ ਇੰਜ ਸੀ: ਪਿਆਰੇ ਦੋਸਤ, ਮੈਂ ਟੀਵੀ ਵਿੱਚ ਤੁਹਾਡਾ ਸੰਦੇਸ਼ ਸੁਣਿਆ ਅਤੇ ਮਜਬੂਰ ਹੋ ਕੇ ਤੁਹਾਨੂੰ ਲਿਖਦਾ ਹਾਂ। ਤੁਸੀਂ ਆਪਣੇ ਆਪ ਨੂੰ ਠੀਕ ਸਮਝਦੇ ਹੋ, ਪਰ ਤੁਸੀਂ ਪੂਰੀ ਤਰ੍ਹਾਂ ਗਲਤ ਹੋ, ਜਿਸ ਤਰ੍ਹਾਂ ਕਿ ਤੁਹਾਡੇ ਹੀ ਤਰ੍ਹਾਂ ਕਈ ਹੋਰ ਪਾਸਟਰ ਗਲਤ ਹਨ। ਮੈਂ ਉਹ ਹਾਂ ਜਿਸ ਨੂੰ ਪਰਮੇਸ਼ਰ ਨੇ ਭੇਜਿਆ ਹੈ। ਮੈਂ ਹੀ ਮਸੀਹ ਹਾਂ। ਤੁਸੀਂ ਮੇਰੀ ਕਿਤਾਬ ਨੂੰ ਪੜ੍ਹੋ, ਜਿਸ ਦਾ ਨਾਮ ਹੈ ਦੂਸਰਾ ਮਸੀਹ, ਪਰ ਮੈਂ ਸ਼ੱਕ ਕਰਦਾ ਹਾਂ ਕਿ ਤੁਸੀਂ ਸ਼ਾਇਦ ਹੀ ਇਸ ਨੂੰ ਪੜ੍ਹੋਗੇ, ਕਿਉਂ ਜੋ ਤੁਸੀਂ ਸੱਚਾਈ ਨੂੰ ਜਾਣਨਾ ਹੀ ਨਹੀਂ ਚਾਹੁੰਦੇ। ਜੇ ਤੁਸੀਂ ਇਹ ਜਾਣ ਚਾਹੋਗੇ ਤਾਂ ਇਹ ਨਹੀਂ ਆਖੋਗੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ, ਕਿਉਂਕਿ ਇੱਕ ਹੀ ਪ੍ਰਭੂ ਹੈ, ਉਹ ਤਾਂ ਪਰਮੇਸ਼ਰ ਹੈ। ਯਿਸੂ ਤਾਂ ਮਸੀਹ ਹੈ, ਜਿਸ ਤਰ੍ਹਾਂ ਕਿ ਮੈਂ ਹਾਂ। ਅਸੀਂ ਤਾਂ ਇੱਕ ਇਕੱਠ ਹਾਂ, ਪਰਮੇਸ਼ਰ, ਯਿਸੂ ਅਤੇ ਮੈਂ। ਇਹ ਹੀ ਪਵਿੱਤਰ ਤ੍ਰੀ ਏਕਤਾ ਹੈ। ਤੁਸੀਂ ਵਿਸ਼ਵਾਸ ਕਰੋ ਜਾਂ ਨਾ, ਜੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ ਤਾਂ ਕਦੇ ਸਵਰਗ ਨਹੀਂ ਜਾ ਸਕਦੇ। ਮੈਂ ਦੂਸਰਾ ਮਸੀਹ ਹਾਂ, ਇਸ ਨੂੰ ਸਮਝਣ ਵਿੱਚ ਗਲਤੀ ਨਾ ਕਰੋ। ਮੈਂ 60 ਸਾਲ ਦਾ ਹੋ ਚੁੱਕਾ ਹਾਂ ਅਤੇ ਹਮੇਸ਼ਾ ਹੀ ਪਰਮੇਸ਼ਰ ਦੀ ਇੱਛਾ ਪੂਰੀ ਕਰਦਾ ਆ ਰਿਹਾ ਹਾਂ। ਮੈਂ ਹੀ ਧਰਤੀ ਤੇ ਉਸ ਦਾ ਮਨੁੱਖ ਹਾਂ ਅਤੇ ਸਵਰਗਦੂਤ ਮੈਨੂੰ ਮਿਲਣ ਆਉਂਦੇ ਹਨ। ਜੇ ਤੁਸੀਂ ਸਵਰਗ ਵਿੱਚ ਜਾਣਾ ਹੈ ਤਾਂ ਮੇਰੀ ਕਿਤਾਬ ਖਰੀਦ ਕੇ ਪੜ੍ਹੋ। ਮੈਨੂੰ ਪਰਮੇਸ਼ਰ ਨੇ ਆਪਣਾ ਪ੍ਰਕਾਸ਼ਨ ਜਗਤ ਉੱਤੇ ਪ੍ਰਗਟ ਕਰਨ ਵਾਸਤੇ ਆਖਿਆ ਹੈ, ਆਮੀਨ। ਤੁਹਾਡਾ ਸ਼ੁਭ ਚਿੰਤਕ, ਪਰਮੇਸ਼ਰ ਦਾ ਮਨੁੱਖ। ਮੈਂ ਸਮਝ ਸਕਦਾ ਹਾਂ ਤੁਸੀਂ ਇਸ ਮਨੁੱਖ ਦੀ ਤਸਵੀਰ ਨੂੰ ਆਪਣੀ ਅੱਖ ਦੇ ਅੱਗੇ ਲਿਆ ਸਕੋਗੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਮਨੁੱਖ ਆਪਣੀ ਸੋਚ ਵਿੱਚ ਗੰਭੀਰ ਹੈ। ਉਸ ਨੇ ਜੋ ਕੁਝ ਲਿਖਿਆ ਹੈ ਉਸ ਨੂੰ ਉਹ ਜਾਣਦਾ ਹੈ। ਉਸ ਨੇ ਆਪਣੇ ਜੀਵਨ ਵਿੱਚ ਇਹ ਸਾਰ ਕੱਢਿਆ ਹੈ ਕਿ ਪਰਮੇਸ਼ਰ ਨੇ ਉਸ ਨੂੰ ਭੇਜਿਆ ਹੈ। ਉਹ ਹੀ ਮਸੀਹ ਹੈ। ਉਹ ਵਿਸ਼ਵਾਸ ਕਰਦਾ ਹੈ ਕਿ ਉਹ ਹੀ ਯਿਸੂ ਮਸੀਹ ਹੈ। ਬਾਈਬਲ ਬਿਆਨ ਕਰਦੀ ਹੈ ਕਿ ਬਹੁਤ ਸਾਰੇ ਆਉਣਗੇ ਅਤੇ ਆਪਣੇ ਆਪ ਨੂੰ ਮਸੀਹ ਆਖਣਗੇ। ਨੰਬਰ 1, ਸਿਕੰਦਰ, ਮਸੀਹ ਵਿਰੋਧੀ ਦੀ ਸ਼ਕਤੀ। ਅਸੀਂ ਦਾਨੀਏਲ ਦੀ ਭਵਿੱਖਬਾਣੀ ਨੂੰ 8ਵੇਂ ਅਧਿਆਇ ਵਿੱਚ ਪੜ੍ਹ ਰਹੇ ਹਾਂ, ਜੋ ਬਿਆਨ ਕਰਦੀ ਹੈ ਕਿ ਮਸੀਹ ਵਿਰੋਧੀ ਆ ਰਿਹਾ ਹੈ। ਅਸੀਂ ਪਿਛਲੇ ਹਫ਼ਤੇ 8ਵੇਂ ਅਧਿਆਇ ਵਿੱਚ ਪੜ੍ਹਿਆ ਸੀ ਕਿ ਇਹ ਅਧਿਆਇ 3 ਲੋਕਾਂ ਦੇ ਬਾਰੇ ਦੱਸਦਾ ਹੈ। 2 ਜਨ ਇਤਿਹਾਸਕ ਮਹੱਤਤਾ ਨੂੰ ਪ੍ਰਗਟ ਕਰਦੇ ਹਨ ਅਤੇ ਇੱਕ ਭਵਿੱਖਵਕਤਾ ਹੈ। ਇਸ ਅਧਿਆਇ ਵਿੱਚ 3 ਜਨ ਹਨ ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ।
ਇਸ ਵਿੱਚ ਇੱਕ ਸਿੰਘ ਹੈ ਜਿਸ ਨੂੰ ਇੱਕ ਵੱਡਾ ਸਿੰਘ ਆਖ ਕੇ ਪ੍ਰਗਟ ਕੀਤਾ ਗਿਆ ਹੈ। ਉਹ ਮਹਾਨ ਸਿਕੰਦਰ ਹੈ। ਉਹ ਮਸੀਹ ਵਿਰੋਧੀ ਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਉਸ ਦੇ ਬਾਅਦ ਇੱਕ ਹੋਰ ਜਿਸ ਨੂੰ 9ਵੀਂ ਐਤ ਵਿੱਚ ਛੋਟਾ ਸਿੰਘ ਆਖ ਕੇ ਪ੍ਰਗਟ ਕੀਤਾ ਗਿਆ ਹੈ। ਸਾਡੀ ਸਮਝ ਦੇ ਅਨੁਸਾਰ ਇਹ ਛੋਟਾ ਸਿੰਘ ਇੱਕ ਵਿਅਕਤੀ ਹੈ ਜੋ ਸਿਕੰਦਰ ਦੇ ਰਾਜ ਵਿੱਚੋਂ ਹੀ ਨਿਕਲਦਾ ਹੈ। ਤੁਹਾਨੂੰ ਯਾਦ ਹੋਵੇਗਾ ਅਸੀਂ ਸਿਕੰਦਰ ਅਤੇ ਉਸ ਦੇ ਰਾਜ ਦੇ ਬਾਰੇ 4 ਭਵਿੱਖਬਾਣੀਆਂ ਨੂੰ ਵੇਖਿਆ ਜੋ ਸ਼ਬਦ ਦਰ ਸ਼ਬਦ ਪੂਰੀਆਂ ਹੋਈਆਂ। ਪਹਿਲੀ ਉਸ ਦੇ ਰਾਹ ਨੂੰ ਪ੍ਰਗਟ ਕਰਦੀ ਹੈ ਕਿ ਕਿਸ ਤਰ੍ਹਾਂ ਉਹ ਜਿੱਤ ਦਾ ਚਲਾ ਗਿਆ। ਉਹ ਪੱਛਮ ਵੱਲੋਂ ਆ ਕੇ ਧਰਤੀ ਤੇ ਪ੍ਰਗਟ ਹੋਇਆ ਅਤੇ ਉਸ ਨੇ ਧਰਤੀ ਨੂੰ ਨਹੀਂ ਛੂਇਆ। ਇਹ ਸਿਕੰਦਰ ਦੀ ਰਫ਼ਤਾਰ ਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਧਰਤੀ ਨੂੰ ਜਿੱਤ ਲਿਆ। 12 ਸਾਲਾਂ ਵਿੱਚ ਹੀ ਉਸ ਨੇ ਜਗਤ ਉੱਤੇ ਜਿੱਤ ਹਾਸਲ ਕਰ ਲਈ ਅਤੇ 33 ਸਾਲ ਦੀ ਉਮਰ ਵਿੱਚ ਹੀ ਉਹ ਜਗਤ ਦਾ ਪਾਤਸ਼ਾਹ ਬਣ ਗਿਆ। ਭਵਿੱਖਬਾਣੀਆਂ ਦੀ ਪਹਿਲੀਆਂ ਐਤਾਂ ਵਿੱਚ ਇਸ ਮਹਾਨ ਰਾਜੇ ਨੂੰ ਇੱਕ ਵੱਡਾ ਸਿੰਘ ਆਖਿਆ ਗਿਆ ਹੈ। ਸ਼ਬਦ ਸਿੰਘ ਰਾਜਾ ਜਾਂ ਸ਼ਾਸਕ ਨੂੰ ਬਿਆਨ ਕਰਦਾ ਹੈ ਅਤੇ ਸਿਕੰਦਰ ਅਸਲ ਵਿੱਚ ਇੱਕ ਮਹਾਨ ਰਾਜਾ ਸੀ ਜੋ ਮਕਦੂਨੀਆ ਦੇ ਫਿਲਿਪ ਦਾ ਪੁੱਤਰ ਸੀ। ਉਸ ਨੇ 33 ਸਾਲ ਵਿੱਚ ਇਹ ਮਹਾਨ ਅਹੁਦਾ ਪ੍ਰਾਪਤ ਕਰ ਲਿਆ ਸੀ। ਭਵਿੱਖਬਾਣੀ ਮਾਦੀ ਫਾਰਸੀ ਰਾਜ ਦੇ ਨਾਸ ਦੇ ਬਾਰੇ ਵੀ ਬਿਆਨ ਕਰਦੀ ਹੈ। 6ਵੀਂ ਐਤ 7ਵੀਂ ਐਤ ਜਿਸ ਨੂੰ ਅਸੀਂ ਪਿਛਲੇ ਹਫ਼ਤੇ ਪੜ੍ਹਿਆ ਸੀ ਕਿ ਕਿਸ ਤਰ੍ਹਾਂ ਮਾਦੀ ਫਾਰਸੀ ਰਾਜ ਦਾ ਨਾਸ਼ ਹੋਇਆ। ਅਸੀਂ ਇਸ ਰਾਜੇ ਦੀ ਮੌਤ ਦੇ ਬਾਰੇ ਵੀ ਪੜ੍ਹਿਆ ਸੀ। ਅਸੀਂ ਵੇਖਿਆ ਸੀ ਕਿ ਇਹ ਮਹਾਨ ਸ਼ਕਤੀਸ਼ਾਲੀ ਰਾਜਾ 33 ਸਾਲ ਦੀ ਉਮਰ ਵਿੱਚ ਪਰਮੇਸ਼ਰ ਦੇ ਦੁਆਰਾ ਮਾਰ ਦਿੱਤਾ ਗਿਆ ਅਤੇ ਫਿਰ ਅਸੀਂ ਆਖਰ ਵਿੱਚ ਵੇਖਿਆ ਸੀ ਕਿ ਕਿਸ ਤਰ੍ਹਾਂ ਸਿਕੰਦਰ ਦੇ ਰਾਜ ਦਾ ਪੁਨ ਗਠਨ ਹੋਇਆ। ਸ਼ਾਸਤਰ ਦੱਸਦਾ ਹੈ ਜਦ ਸਿਕੰਦਰ ਮਰਨ ਵਾਲਾ ਸੀ ਉਸ ਦਾ ਰਾਜ 4 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਉਹਨਾਂ ਵਿੱਚ ਇੰਨੀ ਸ਼ਕਤੀ ਤਾਂ ਨਹੀਂ ਸੀ ਪਰ ਰਾਜ ਉਹਨਾਂ ਦਾ ਹੋ ਗਿਆ। ਇਤਿਹਾਸ ਦੱਸਦਾ ਹੈ ਕਿ ਸਿਕੰਦਰ ਦੀ ਮੌਤ ਦੇ ਬਾਅਦ 20 ਸਾਲ ਤੱਕ ਇਹਨਾਂ 4 ਜਨਰਲਾਂ ਵਿੱਚ ਲੜਾਈ ਹੁੰਦੀ ਰਹੀ। ਹੁਣ ਅਸੀਂ 9ਵੀਂ ਐਤ ਵਿੱਚ ਆਉਂਦੇ ਹਾਂ ਜਿਸ ਵਿੱਚ ਇੱਕ ਰਾਜਾ ਆਉਂਦਾ ਹੈ ਜਿਸ ਨੂੰ ਛੋਟਾ ਸਿੰਘ ਕਰਕੇ ਬਿਆਨ ਕੀਤਾ ਗਿਆ ਹੈ। ਜਦ ਅਸੀਂ ਪਿਛਲੇ ਇਤਿਹਾਸ ਨੂੰ ਵੇਖਦੇ ਹਾਂ ਤਾਂ ਜਾਣ ਜਾਂਦੇ ਹਾਂ ਕਿ ਉਹ ਅਥਿਯੋਕ ਦਾ ਰਾਜ ਸੀ। ਸ਼ਾਸਤਰ ਉਸ ਦੇ ਬਾਰੇ 9ਵੀਂ ਐਤ ਦੇ ਵਿੱਚ ਦੱਸਦਾ ਹੈ। ਇੱਕ ਨਿੱਕਾ ਸਿੰਘ ਨਿਕਲਿਆ ਅਤੇ ਅਤਿਅੰਤ ਵੱਧ ਗਿਆ। ਉਸ ਦੀ ਕੋਈ ਖਾਸ ਮਹੱਤਤਾ ਨਹੀਂ ਸੀ ਪਰ ਉਹ ਮਹਾਨ ਬਣ ਗਿਆ। ਉਹ ਦੱਖਣ ਅਤੇ ਪੂਰਬ ਵੱਲ ਆਇਆ ਅਤੇ ਫਿਰ ਮਨ ਪਾਉਂਦੇ ਦੇਸ਼ ਵੱਲ ਅਤਿਅੰਤ ਵੱਧ ਗਿਆ। ਮਨ ਪਾਉਂਦਾ ਦੇਸ਼ ਇਸਰਾਇਲ ਹੈ ਅਤੇ ਉਹ ਵੱਧ ਕੇ ਆਕਾਸ਼ ਦੀ ਸੈਨਾ ਵੱਲ ਪੁੱਜ ਪਿਆ ਔਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਤੇ ਡੇਗ ਦਿੱਤਾ ਅਤੇ ਉਹਨਾਂ ਨੂੰ ਛਤਾੜਿਆ। ਸਗੋਂ ਉਸ ਨੇ ਸੈਨਾ ਦੇ ਸ਼ਹਿਜ਼ਾਦੇ ਤੱਕ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਥਾਂ ਢਾਇਆ ਗਿਆ। ਤੁਸੀਂ ਉਸ ਦਾ ਇਤਿਹਾਸ ਅਪੋਕਰਫਾ ਵਿੱਚ 2 ਕਿਤਾਬਾਂ ਵਿੱਚ ਵੇਖ ਸਕਦੇ ਹੋ ਜਿਨ੍ਹਾਂ ਨੂੰ ਮਕਾਬੀਆਂ ਦਾ ਗ੍ਰੰਥ 1 ਅਤੇ 2 ਆਖਿਆ ਜਾਂਦਾ ਹੈ। ਨੰਬਰ 2 ਅਤਿਯੋਕ ਮਸੀਹ ਵਿਰੋਧੀ ਦੀ ਕਰਤੂਤਾਂ। ਇਹਨਾਂ ਦੋਹਾਂ ਕਿਤਾਬਾਂ ਵਿੱਚ ਉਹ ਇਤਿਹਾਸ ਹੈ ਜੋ ਪੁਰਾਣੇ ਨੇਮ ਦੇ ਬਾਅਦ ਨਵੇਂ ਨੇਮ ਦੇ ਆਉਣ ਤੱਕ 400 ਸਾਲ ਸ਼ਾਂਤ ਸਾਲ ਹਨ। ਇਹਨਾਂ ਦੋਹਾਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਇਹ ਕਿਤਾਬਾਂ ਸ਼ਾਸਤਰ ਦੇ ਵਿੱਚ ਨਹੀਂ ਹਨ ਪਰ ਉਸ ਸਮੇਂ ਦੇ ਇਤਿਹਾਸ ਨੂੰ ਵਰਣਨ ਕਰਦੀਆਂ ਹਨ। ਭਵਿੱਖਬਾਣੀ ਉਸ ਮਨੁੱਖ ਵਿੱਚ ਪੂਰੀ ਹੁੰਦੀ ਹੈ ਜਿਸ ਨੂੰ ਅਥਿਯੋਕ ਦਾ ਨਾਮ ਕਰਕੇ ਜਾਣਿਆ ਜਾਂਦਾ ਹੈ। ਉਸ ਦੇ ਨਾਮ ਦਾ ਅਰਥ ਹੈ ਅਥਿਯੋਕ ਜੋ ਪਰਮੇਸ਼ਰ ਵੱਲੋਂ ਮਹਾਨ ਬਣਿਆ। ਇਤਿਹਾਸ ਦੇ ਮੁਤਾਬਕ ਉਸ ਨੇ ਲੋਕਾਂ ਨੂੰ ਬਹੁਤ ਯਾਤਨਾਵਾਂ ਦਿੱਤੀਆਂ ਜਿਸ ਤਰ੍ਹਾਂ ਅਸੀਂ ਭਵਿੱਖਬਾਣੀ ਵਿੱਚ ਪੜ੍ਹਦੇ ਹਾਂ। ਉਹ ਯਰੂਸ਼ਲਮ ਤੋਂ ਕਈ ਅਲੱਗ ਦਿਸ਼ਾਵਾਂ ਵਿੱਚ ਵਧਿਆ। ਜਦ ਉਹ ਜਗਤ ਨੂੰ ਜਿੱਤਦਾ ਹੋਇਆ ਮਿਸਰ ਵਿੱਚ ਪਹੁੰਚਿਆ ਤਾਂ ਉਸ ਨੂੰ ਰੋਮ ਦੀ ਫੌਜਾਂ ਨੇ ਰੋਕ ਲਿਆ। ਉਹ ਨਿਰਾਸ਼ ਹੋ ਕੇ ਮਿਸਰ ਤੋਂ ਨਿਕਲ ਗਿਆ। ਉਹ ਗੁੱਸੇ ਨਾਲ ਭਰਿਆ ਹੋਇਆ ਸੀ ਕਿਉਂਕਿ ਉਹ ਨਾ ਕਰ ਸਕਿਆ ਜੋ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣਾ ਗੁੱਸਾ ਯਰੂਸ਼ਲਮ ਤੇ ਚੜ੍ਹਾਈ ਕਰਕੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ। ਇਤਿਹਾਸਕਾਰ ਦੱਸਦੇ ਹਨ ਅਤਿਯੋਕ ਨੇ ਯਰੂਸ਼ਲਮ ਤੇ ਹਮਲਾ ਕਰਦੇ ਹੋਏ 80,000 ਯਹੂਦੀ ਮਾਰ ਦਿੱਤੇ। ਉਹ 40,000 ਲੋਕਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਸ ਨੇ ਮੰਦਰ ਵਿੱਚ ਵੀ ਲੁੱਟ-ਪਾਟ ਕੀਤੀ। ਉਸ ਨੇ ਯਹੂਦੀ ਧਰਮ ਨੂੰ ਸਦਾ ਲਈ ਨਾਸ਼ ਕਰਨ ਦਾ ਫੈਸਲਾ ਕਰ ਲਿਆ ਸੀ ਅਤੇ ਉਸ ਦੀ ਜਗ੍ਹਾ ਯੂਨਾਨੀ ਸੰਸਕ੍ਰਿਤੀ ਅਤੇ ਯੂਨਾਨੀ ਭਗਤੀ ਵਿੱਚ
ਬਦਲਣਾ ਚਾਹੁੰਦਾ ਸੀ। ਧਿਆਨ ਦੇਵੋ ਕਿ ਸ਼ਾਸਤਰ 11ਵੀਂ ਐਤ ਵਿੱਚ ਕੀ ਆਖਦਾ ਹੈ। ਸਗੋਂ ਉਸਨੇ ਸੈਨਾ ਦੇ ਸ਼ਹਿਜ਼ਾਦੇ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਥਾਂ ਢਾਇਆ ਗਿਆ। ਉਸ ਨੇ ਯਹੂਦੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਉਸ ਦੇ ਦਿਉਤਿਆਂ ਦੀ ਆਰਾਧਨਾ ਕਰਨ ਅਤੇ ਸਬਤ ਨਾ ਮਨਾਉਣ। ਉਸ ਨੇ ਸ਼ਾਸਤਰ ਨੂੰ ਪੜ੍ਹਨ ਤੋਂ ਰੋਕ ਲਗਾ ਦਿੱਤੀ ਅਤੇ ਤੁਰੇਤ ਦੀਆਂ ਸਾਰੀਆਂ ਕਿਤਾਬਾਂ ਸਾੜ ਦਿੱਤੀਆਂ ਅਤੇ ਆਗਿਆ ਕੱਢੀ ਕਿ ਜਿਹੜਾ ਯਹੂਦੀ ਉਸ ਦੀ ਆਗਿਆ ਨਹੀਂ ਮੰਨੇਗਾ ਉਸ ਨੂੰ ਮਾਰ ਦਿੱਤਾ ਜਾਵੇਗਾ। ਉਸ ਨੇ ਉਹ ਸਭ ਕੁਝ ਕੀਤਾ ਤਾਂ ਕਿ ਯਹੂਦੀ ਧਰਮ ਸਦਾ ਲਈ ਨਾਸ਼ ਹੋ ਜਾਵੇ। ਜੇ ਤੁਸੀਂ ਯੂਨਾਨੀ ਸੰਸਕ੍ਰਿਤੀ ਦੇ ਬਾਰੇ ਕੁਝ ਜਾਣਦੇ ਹੋ ਤਾਂ ਜਾਣਦੇ ਹੋਵੋਗੇ ਕਿ ਉਸ ਸੰਸਕ੍ਰਿਤੀ ਵਿੱਚ ਓਲੰਪਿਕ ਖੇਡਾਂ ਹੁੰਦੀਆਂ ਸਨ ਜਿਸ ਵਿੱਚ ਉਹ ਪੂਰੀ ਤਰ੍ਹਾਂ ਨੰਗੇ ਹੋ ਕੇ ਹਿੱਸਾ ਲੈਂਦੇ ਸਨ। ਸ਼ਾਸਤਰ ਦੱਸਦਾ ਹੈ ਕਿ ਮੰਦਰ ਦੇ ਜਾਜਕਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਮਜਬੂਰ ਕੀਤਾ ਜਾਂਦਾ ਸੀ। ਅੰਤਿਯੋਕ ਨੇ ਯਹੂਦੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਉਸ ਦੇ ਦਿਉਤਿਆਂ ਦੀ ਦੌਤ ਵਿੱਚ ਹਿੱਸਾ ਲੈਣ। ਮੁਕਾਬਿਆਂ ਦੀ ਕਿਤਾਬ ਦੱਸਦੀ ਹੈ ਕਿ ਜਦ ਦੋ ਮਾਵਾਂ ਨੇ ਆਪਣੇ ਯਹੂਦੀ ਧਰਮ ਦੇ ਪ੍ਰਤੀ ਵਫਾਦਾਰੀ ਪ੍ਰਗਟ ਕੀਤੀ ਤਾਂ ਉਸ ਨੇ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਦੀ ਹੱਤਿਆ ਕਰਕੇ ਉਹਨਾਂ ਦੇ ਗਲੇ ਵਿੱਚ ਲਟਕਾ ਕੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਉਹਨਾਂ ਦੀ ਪਰੇਡ ਕਰਵਾਈ। ਮੁਕਾਬਿਆਂ ਗ੍ਰੰਥ 2 ਇੱਕ ਕਹਾਣੀ ਨੂੰ ਦੱਸਦਾ ਹੈ ਕਿ ਇੱਕ ਮਾਂ ਜਿਸ ਦੇ 7 ਬੱਚੇ ਸਨ, ਉਸ ਨੇ ਅੰਤਿਯੋਕ ਦਾ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤਦ ਅੰਤਿਯੋਕ ਨੇ ਉਹਨਾਂ ਬੱਚਿਆਂ ਦੇ ਮੂੰਹ ਵਿੱਚੋਂ ਜ਼ੁਬਾਨ ਨੂੰ ਖਿੱਚ ਲਿਆ ਅਤੇ ਉਹਨਾਂ ਦੀ ਮਾਂ ਦੇ ਸਾਹਮਣੇ ਉਹਨਾਂ ਬੱਚਿਆਂ ਨੂੰ ਕੜਾਈ ਵਿੱਚ ਤਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਜ਼ੁਲਮ ਦੀ ਤਾਂ ਹੱਦ ਸੀ। ਮੁਕਾਬਿਆਂ ਦੀ ਕਿਤਾਬ 1 ਅਧਿਆਏ 44 ਤੇ 50 ਵਚਨ ਦੱਸਦਾ ਹੈ, ਰਾਜੇ ਨੇ ਯਰੂਸ਼ਲਮ ਅਤੇ ਯਹੂਦਾ ਦੇ ਨਗਰਾਂ ਵਿੱਚ ਆਪਣੇ ਦੂਤਾਂ ਨੂੰ ਭੇਜਿਆ ਤਾਂ ਕਿ ਪ੍ਰਿਥਵੀ ਦੀ ਸਾਰੀਆਂ ਜਾਤਾਂ ਦੀ ਪੂਜਾ ਵਿਧੀ ਉੱਤੇ ਰੋਕ ਲਾ ਦੇਣ। ਮੰਦਰ ਵਿੱਚ ਹੋਮ ਬਲੀ, ਜਗ ਬਲੀ ਨਾ ਚੜਾਉਣ, ਸਬਤ ਦਾ ਦਿਨ ਅਤੇ ਆਪਣੇ ਤਿਉਹਾਰ ਨਾ ਮਨਾਉਣ, ਮੰਦਰ ਅਤੇ ਮੰਦਰ ਦੇ ਸੇਵਕਾਂ ਨੂੰ ਅਪਵਿੱਤਰ ਕਰ ਦੇਣ, ਮੂਰਤੀਆਂ ਤਿਆਰ ਕਰਕੇ ਸੂਰਾਂ ਅਤੇ ਅਪਵਿੱਤਰ ਪਸ਼ੂਆਂ ਦੀ ਬਲੀ ਚੜਾਉਣ, ਆਪਣੇ ਬੱਚਿਆਂ ਦਾ ਖਤਨਾ ਨਾ ਕਰਨ। ਉਹ ਉਹਨਾਂ ਦੀ ਪਰੰਪਰਾ ਨੂੰ ਬਦਲਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੇ ਧਾਰਮਿਕ ਕਾਨੂੰਨ ਕਾਇਦਿਆਂ ਨੂੰ ਭੁੱਲ ਜਾਣ। ਇਸ ਤਰ੍ਹਾਂ ਦਾ ਅੰਤਿਯੋਕ ਸੀ। ਪਰਮੇਸ਼ਰ ਨੇ ਦਾਨੀਏਲ ਨੂੰ ਦਰਸ਼ਨ ਵਿੱਚ ਇਸ ਮਨੁੱਖ ਦੇ ਬਾਰੇ ਦੱਸਿਆ ਸੀ। ਦਾਨੀਏਲ ਪ੍ਰਕਾਸ਼ਨ ਵਿੱਚ ਇਹ ਵੇਖ ਚੁੱਕਾ ਸੀ ਕਿ ਉਸ ਦੇ ਲੋਕਾਂ ਦਾ ਆਉਣ ਵਾਲੇ ਸਮੇਂ ਵਿੱਚ ਪਾਗਲ ਅੰਤਿਯੋਕ ਕੀ ਹਾਲ ਕਰੇਗਾ ਜਦ ਉਹ ਰਾਜ ਕਰੇਗਾ। ਇਸ ਲਈ ਦਾਨੀਏਲ ਇਸ ਦੇ ਬਾਰੇ ਸੋਚ ਰਿਹਾ ਸੀ ਕਿ ਕੀ ਹੋਵੇਗਾ। ਅਸੀਂ ਐਤ 13 ਵਿੱਚ ਪੜ੍ਹਦੇ ਹਾਂ, ਫਿਰ ਮੈਂ ਇੱਕ ਸੰਤ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਸੰਤ ਨੇ ਉਸ ਸੰਤ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਨ ਸਦਾ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਥਾਂ ਅਤੇ ਸੈਨਾ ਦੋਵੇਂ ਦਿੱਤੇ ਗਏ ਭਾਈ ਛਤਾੜੇ ਜਾਣ, ਇਹ ਕਦੋਂ ਤੱਕ ਰਹੇ। ਦਾਨੀਏਲ ਦਾ ਦਰਸ਼ਨ ਦੱਸਦਾ ਹੈ ਕਿ ਇਹ ਤਾੜਨਾ ਦਾ ਸਮੇਂ ਕਿੰਨਾ ਚਿਰ ਰਹੇਗਾ, ਜਿਸ ਦਾ ਉੱਤਰ ਸੀ 2300 ਇਬਰਾਨੀ ਸ਼ਬਦਾਂ ਵਿੱਚ 2300 ਰਾਤਾਂ ਦਿਨ। ਜਦ ਦਾਨੀਏਲ ਦਰਸ਼ਨ ਵਿੱਚ ਸੋਚ ਰਿਹਾ ਸੀ ਕਿ ਉਹ ਤਾੜਨਾ ਦਾ ਸਮੇਂ ਪਰਮੇਸ਼ਰ ਕਿੰਨਾ ਚਿਰ ਚੱਲਣ ਦੇਵੇਗਾ ਅਤੇ ਪਰਮੇਸ਼ਰ ਨੇ ਦਰਸ਼ਨ ਵਿੱਚ ਉਸ ਨੂੰ ਦੱਸਿਆ ਕਿ ਦਿਨਾਂ ਨੂੰ ਗਿਣ ਲਿਆ ਗਿਆ ਹੈ, ਇਹ ਸਦਾ ਲਈ ਨਹੀਂ ਹੁੰਦਾ ਰਹੇਗਾ। ਅਸੀਂ ਵੇਖਿਆ ਹੈ ਕਿ ਸਿਕੰਦਰ ਆਉਣ ਵਾਲੇ ਮਸੀਹ ਵਿਰੋਧੀ ਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ ਅਤੇ ਅੰਤਿਯੋਕ ਆਉਣ ਵਾਲੇ ਮਸੀਹ ਵਿਰੋਧੀ ਦੀ ਕਰਤੂਤਾਂ ਨੂੰ ਪ੍ਰਗਟ ਕਰਦਾ ਹੈ। ਨੰਬਰ 3, ਮਸੀਹ ਵਿਰੋਧੀ ਸ਼ਕਤੀ ਅਤੇ ਕਰਤੂਤਾਂ। ਹੁਣ ਅਸੀਂ 23 ਐਤ ਵਿੱਚ ਆਉਂਦੇ ਹਾਂ ਜਿੱਥੇ ਅਸੀਂ ਅੰਤਿਮ ਮਨੁੱਖ ਨੂੰ ਵੇਖਦੇ ਹਾਂ ਜਿਸ ਦੇ ਬਾਰੇ ਭਵਿੱਖਬਾਣੀ ਇਹ ਸੂਚਨਾ ਦਿੰਦੀ ਹੈ। ਸਿਕੰਦਰ ਦੇ ਬਾਰੇ ਗੱਲ ਕਰਨ ਦਾ ਕੋਈ ਮਕਸਦ ਨਾ ਹੁੰਦਾ ਜੇ ਉਹ ਭਵਿੱਖ ਵਿੱਚ ਕਿਸੇ ਹੋਰ ਦੇ ਬਾਰੇ ਸੰਕੇਤ ਨਾ ਦਿੰਦਾ। ਅੰਤਿਯੋਕ ਦੇ ਬਾਰੇ ਵੀ ਗੱਲ ਕਰਨ ਦਾ ਕੋਈ ਮਕਸਦ ਨਾ ਹੁੰਦਾ ਜੇ ਉਹ ਆਪਣੇ ਵਰਗੇ ਹੀ ਮਨੁੱਖ ਵੱਲ ਇਸ਼ਾਰਾ ਨਾ ਕਰਦਾ ਜੋ ਆਉਣ ਵਾਲਾ ਹੈ। ਜਦ ਅਸੀਂ ਸਿਕੰਦਰ ਦੀ ਸ਼ਕਤੀ ਨੂੰ ਅੰਤਿਯੋਕ ਦੀ ਕਰਤੂਤਾਂ ਨਾਲ ਜੋੜ ਕੇ ਵੇਖਦੇ ਹਾਂ ਤਾਂ ਸਾਨੂੰ ਮਸੀਹ ਵਿਰੋਧੀ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਜੋ ਭਵਿੱਖ ਵਿੱਚ ਆਉਣ ਵਾਲਾ ਹੈ, ਜੋ ਇਹਨਾਂ ਦੋਵਾਂ ਤੇ ਕਈ ਗੁਣਾ ਵੱਧ ਕੇ ਹੋਵੇਗਾ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ। ਸਾਡੇ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਲੈਣ ਦੇ ਲਈ
ਅਤੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਜਾਣਿਆ ਕਿ ਬਾਈਬਲ ਬਿਆਨ ਕਰਦੀ ਹੈ ਕਿ ਬਹੁਤ ਸਾਰੇ ਆਣਗੇ ਅਤੇ ਆਪਣੇ ਆਪ ਨੂੰ ਮਸੀਹ ਅਖਾਣਗੇ। ਪਿਆਰੇ ਦਰਸ਼ਕੋ, ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਿਕੰਦਰ ਮਹਾਨ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਜਾਣਿਆ ਕਿ ਸਿਕੰਦਰ ਮਸੀਹ ਵਿਰੋਧੀ ਦੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਇਸ ਤੋਂ ਬਾਅਦ ਅਸੀਂ ਅਤਿਯੋਗ ਮਸੀਹ ਵਿਰੋਧੀ ਦੀ ਕਰਤੂਤਾਂ ਬਾਰੇ ਜਾਣਿਆ। ਇਸ ਦਾ ਮਤਲਬ ਇਹ ਹੈ ਕਿ ਇਹ ਉਹ ਹੈ ਜੋ ਪਰਮੇਸ਼ਰ ਵੱਲੋਂ ਮਹਾਨ ਬਣਾਇਆ ਗਿਆ, ਪਰ ਇਤਿਹਾਸ ਦੇ ਅਨੁਸਾਰ ਉਹਨੇ ਲੋਕਾਂ ਨੂੰ ਬਹੁਤ ਯਾਤਨਾਵਾਂ ਦਿੱਤੀਆਂ, ਜਿਸ ਤਰ੍ਹਾਂ ਅਸੀਂ ਭਵਿੱਖਬਾਣੀ ਦੇ ਵਿੱਚ ਪੜ੍ਹਦੇ ਹਾਂ। ਇਤਿਹਾਸਕਾਰ ਦੱਸਦੇ ਹਨ ਕਿ ਅਤਿਯੋਗ ਨੇ ਯਰੂਸ਼ਲਮ ਦੇ ਉੱਤੇ ਹਮਲਾ ਕਰਕੇ 80,000 ਯਹੂਦੀ ਮਾਰ ਸੁੱਟੇ ਅਤੇ ਉਹ 40,000 ਲੋਕਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਹਨੇ ਪਰਮੇਸ਼ਵਰ ਦੇ ਮੰਦਰ ਵਿੱਚ ਵੀ ਲੁੱਟ-ਪਾਟ ਕੀਤੀ। ਉਹਨੇ ਯਹੂਦੀ ਧਰਮ ਨੂੰ ਸਦਾ ਦੇ ਲਈ ਨਾਸ਼ ਕਰਨ ਦਾ ਫੈਸਲਾ ਕਰ ਲਿਆ ਸੀ ਅਤੇ ਉਹ ਇਸ ਦੀ ਜਗ੍ਹਾ ਯੂਨਾਨੀ ਸੰਸਕ੍ਰਿਤੀ ਅਤੇ ਭਗਤੀ ਨੂੰ ਸਥਾਪਿਤ ਕਰਨਾ ਚਾਹੁੰਦਾ ਸੀ। ਅਸੀਂ ਜਾਣਿਆ ਕਿ ਦਾਨੀਏਲ ਦੇ ਇਸ ਦਰਸ਼ਨ ਦੇ ਅਨੁਸਾਰ ਇਹ ਤਾੜਨਾ ਦਾ ਸਮੇਂ ਸੀ। 2300 ਦਿਨਾਂ ਤੱਕ ਰਹਿਣ ਵਾਲਾ ਇਹ ਸਮਾਂ ਸੀ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ। ਪ੍ਰਭੂ ਜੀ, ਅੱਜ ਦੇ ਇਸ ਅੱਛੇ ਵਚਨ ਵਾਸਤੇ ਜਿਸ ਦੇ ਜ਼ਰੀਏ ਪਿਤਾ ਪਰਮੇਸ਼ਰ ਅਸੀਂ ਸਿੱਖਿਆ ਕਿ ਤੁਸੀਂ ਅਤਿਯੋਗ ਵਿਅਕਤੀ ਦੇ ਬਾਰੇ ਸਾਨੂੰ ਸਮਝਾਉਣਾ ਚਾਹੁੰਦੇ ਹੋ, ਜੋ ਕਿ ਬਹੁਤ ਮਹਾਨ ਔਰ ਬਹੁਤ ਹੀ ਉਮਦਾ ਕਿਸਮ ਦਾ ਇਨਸਾਨ ਦੇਖਣ ਨੂੰ ਲੱਗਦਾ ਹੈ, ਲੇਕਿਨ ਪ੍ਰਭੂ ਜੀ ਉਹ ਤੁਹਾਡੇ ਵਿਰੋਧ ਵਿੱਚ ਖੜਾ ਹੈ। ਉਹਨੇ ਤੁਹਾਡੇ ਲੋਕਾਂ ਨੂੰ, ਯਹੂਦੀਆਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਆਪਣੀ ਸੰਸਕ੍ਰਿਤੀ ਨੂੰ ਯਹੂਦੀਆਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦੇ ਵਿੱਚ ਪਿਤਾ ਪਰਮੇਸ਼ਰ ਜਦ ਦੁੱਖ ਦੀ ਘੜੀਆਂ ਵੱਧ ਜਾਣਗੀਆਂ, ਮੁਸੀਬਤਾਂ ਬਹੁਤ ਹੀ ਕਠਿਨ ਹੋਣਗੀਆਂ ਪਿਤਾ, ਉਹਨਾਂ ਨੂੰ ਸਹਿਣਾ ਬਹੁਤ ਮੁਸ਼ਕਿਲ ਹੋਏਗਾ ਪਿਤਾ। ਐਸੀ ਸਮੇਂ ਦੇ ਵਿੱਚ ਪਿਤਾ ਪਰਮੇਸ਼ਰ ਤੁਸੀਂ ਆਪਣੀ ਕਲੀਸਿਆ ਨੂੰ ਪਹਿਲੇ ਚੁੱਕ ਲਿਆ, ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਖੀਰ ਦੇ ਸਮੇਂ ਦੀ ਇਸ ਜਾਣਕਾਰੀ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਇਹ ਵਚਨ ਸਾਡੇ ਜੀਵਨਾਂ ਦੇ ਵਿੱਚ ਕੰਮ ਕਰੇ। ਅਸੀਂ ਤੁਹਾਡੇ ਪ੍ਰਤੀ ਔਰ ਤੁਹਾਡੇ ਵਿਸ਼ਵਾਸ ਦੇ ਪ੍ਰਤੀ ਹੋਰ ਜ਼ਿਆਦਾ ਗੰਭੀਰ ਹੋਈਏ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।